ਕਦੇ ਸੋਚਿਆ ਏ ਕਿ ਕੁਝ ਕਾਰੋਬਾਰ ਦਿਨ-ਰਾਤ ਮਿਹਨਤ ਕਰਦੇ ਨੇ ਪਰ ਫਿਰ ਵੀ ਡੁੱਬ ਜਾਂਦੇ ਨੇ ਤੇ ਦੂਜੇ ਪਾਸੇ ਕੁਝ ਹੋਰ ਬੜੇ ਆਰਾਮ ਨਾਲ ਤਰੱਕੀ ਕਰ ਜਾਂਦੇ ਨੇ। ਇਹਨਾਂ ਦੋਹਾਂ ਪਿੱਛੇ ਇੱਕ ਰਾਜ਼ ਛੁਪਿਆ ਹੁੰਦਾ, ਇੱਕ ਅਜਿਹੀ ਚੀਜ਼ ਜਿਸ ਤੇ ਅਕਸਰ ਧਿਆਨ ਹੀ ਨਹੀਂ ਦਿੱਤਾ ਜਾਂਦਾ। ਕਾਸਟ ਅਕਾਊਂਟਿੰਗ ਯਾਨੀ ਲਾਗਤ ਲੇਖਾਕਾਰੀ। ਚਲੋ ਅੱਜ ਇਸੇ ਦੀ ਗੁਪਤ ਤਾਕਤ ਨੂੰ ਸਮਝਦੇ ਹਾਂ। ਹਾਂਜੀ, ਤੇ ਇਹੀ ਉਹ ਸਵਾਲ ਏ ਜਿਹੜਾ ਹਰ ਕਾਰੋਬਾਰ ਲਈ ਮਾਇਨੇ ਰੱਖਦਾ ਹੈ। ਦੇਖੋ, ਇੱਕ ਗੱਲ ਪੱਕੀ ਹੈ, ਸਿਰਫ ਰੌਣਕ ਲੱਗੀ ਹੋਣ ਦਾ ਮਤਲਬ ਇਹ ਨਹੀਂ ਕਿ ਮੁਨਾਫਾ ਵੀ ਹੋ ਰਿਹਾ ਹੈ। ਦੁਕਾਨ ਤੇ ਭੀੜ ਹੋ ਸਕਦੀ ਹੈ, ਫੈਕਟਰੀ ਦੀਆਂ ਮਸ਼ੀਨਾਂ 24 ਘੰਟੇ ਚੱਲ ਸਕਦੀਆਂ ਨੇ, ਪਰ ਅਸਲੀ ਗੱਲ ਤਾਂ ਇਹ ਹੈ ਕਿ ਪੈਸਾ ਬਣ ਵੀ ਰਿਹਾ ਹੈ। ਇਸ ਫਰਕ ਨੂੰ ਸਮਝਣਾ ਹੀ ਤਾਂ ਸਾਰੀ ਖੇਡ ਹੈ। ਤੇ ਇਸ ਦਾ ਜਵਾਬ ਪਤਾ ਕਿੱਥੇ ਲੁਕਿਆ ਹੈ? ਸਿੱਧਾ ਸਾਦਾ ਜਵਾਬ ਏ ਆਪਣੀਆਂ ਲਾਗਤਾਂ ਤੇ ਪੂਰੀ ਪਕੜ ਬਣਾਉਣ ਵਿੱਚ। ਗੱਲ ਸਿਰਫ ਕਮਾਈ ਦੀ ਨਹੀਂ, ਸਗੋਂ ਉਸ ਕਮਾਈ ਪਿੱਛੇ ਹੋਏ ਖਰਚੇ ਦੀ ਵੀ ਹੈ। ਜਿਹੜਾ ਆਪਣੀਆਂ ਲਾਗਤਾਂ ਨੂੰ ਸਮਝ ਕੇ ਕਾਬੂ ਕਰ ਗਿਆ, ਅਸਲ ਜੇਤੂ ਉਹੀ ਹੈ। ਠੀਕ ਹੈ, ਤਾਂ ਫਿਰ ਆਓ ਇਸ ਨੂੰ ਹੋਰ ਡੂੰਘਾਈ ਨਾਲ ਸਮਝੀਏ। ਹਰ ਚੀਜ਼ ਇੱਕ ਮਜ਼ਬੂਤ ਨੀਂਹ ਤੋਂ ਸ਼ੁਰੂ ਹੁੰਦੀ ਹੈ ਨਾ? ਲਾਗਤ ਲੇਖਾਕਾਰੀ ਵਿੱਚ ਉਹ ਨੀਂਹ ਹੈ ਹਰ ਇੱਕ ਪੈਸੇ ਦੇ ਖਰਚੇ ਨੂੰ ਬਾਰੀਕੀ ਨਾਲ ਜਾਣਨਾ, ਬਿਲਕੁਲ ਸ਼ੁਰੂ ਤੋਂ, ਯਾਨੀ ਕੱਚੇ ਮਾਲ ਤੋਂ ਲੈ ਕੇ ਗਾਹਕ ਤੱਕ ਪਹੁੰਚਣ ਵਾਲੀ ਆਖਰੀ ਕੀਮਤ ਤੱਕ। ਸਭ ਤੋਂ ਪਹਿਲਾ ਕਦਮ ਹੈ ਲਾਗਤ ਨਿਰਧਾਰਣ। ਹੁਣ ਨਾਮ ਭਾਵੇਂ ਥੋੜਾ ਔਖਾ ਲੱਗੇ, ਪਰ ਮਤਲਬ ਬਹੁਤ ਸੌਖਾ ਹੈ। ਇਸ ਦਾ ਮਤਲਬ ਹੈ ਕਿਸੇ ਇੱਕ ਚੀਜ਼ ਨੂੰ ਬਣਾਉਣ ਦਾ ਅਸਲ ਖਰਚਾ ਕਿੰਨਾ ਆਇਆ। ਜੇ ਇਹੀ ਨਹੀਂ ਪਤਾ ਤਾਂ ਬਾਕੀ ਸਾਰਾ ਹਿਸਾਬ-ਕਿਤਾਬ ਤਾਂ ਬਸ ਇੱਕ ਅੰਦਾਜ਼ਾ ਹੀ ਹੋਇਆ। ਚਲੋ ਇੱਕ ਬੇਕਰੀ ਦੀ ਮਿਸਾਲ ਨਾਲ ਸਮਝਦੇ ਹਾਂ। ਇੱਕ ਬ੍ਰੈਡ ਦੀ ਲਾਗਤ ਸਿਰਫ ਆਟੇ ਜਾਂ ਪਾਣੀ ਦਾ ਖਰਚਾ ਨਹੀਂ ਹੈ। ਇਸ ਵਿੱਚ ਬੇਕਰ ਦੀ ਮਿਹਨਤ, ਉਹਦੇ ਕੰਮ ਕਰਨ ਦਾ ਸਮਾਂ, ਫਿਰ ਓਵਨ ਦੀ ਬਿਜਲੀ ਤੇ ਦੁਕਾਨ ਦਾ ਕਿਰਾਇਆ, ਇਹ ਸਾਰੇ ਛੋਟੇ-ਵੱਡੇ ਖਰਚੇ ਵੀ ਜੋੜਦੇ ਨੇ। ਜਦੋਂ ਇਹ ਸਭ ਮਿਲ ਜਾਂਦੇ ਨੇ, ਉਦੋਂ ਜਾ ਕੇ ਅਸਲ ਲਾਗਤ ਬਣਦੀ ਹੈ। ਤਾਂ ਫਿਰ ਇਹ ਸਭ ਜਾਣਨਾ ਇੰਨਾ ਜ਼ਰੂਰੀ ਕਿਉਂ ਹੈ? ਉਹ ਇਸ ਲਈ ਕਿਉਂਕਿ ਜਦੋਂ ਇੱਕ-ਇੱਕ ਬ੍ਰੈਡ ਦੀ ਅਸਲ ਲਾਗਤ ਪਤਾ ਹੋਵੇਗੀ, ਤਾਂ ਹੀ ਉਸ ਦੀ ਸਹੀ ਕੀਮਤ ਰੱਖੀ ਜਾ ਸਕਦੀ ਹੈ ਤਾਂ ਜੋ ਮੁਨਾਫਾ ਹੋਵੇ। ਇਸ ਜਾਣਕਾਰੀ ਤੋਂ ਬਿਨਾਂ ਹੋ ਸਕਦਾ ਹੈ ਕਿ ਹਰ ਗਾਹਕ ਨੂੰ ਸੇਵਾ ਦੇ ਕੇ ਅਸਲ 'ਚ ਨੁਕਸਾਨ ਹੋ ਰਿਹਾ ਹੋਵੇ। ਠੀਕ ਹੈ, ਤਾਂ ਆਪਾਂ ਲਾਗਤਾਂ ਨੂੰ ਜਾਣਨ ਦੀ ਨੀਂਹ ਤਾਂ ਰੱਖ ਲਈ, ਪਰ ਹੁਣ ਅਸਲ ਕੰਮ ਸ਼ੁਰੂ ਹੁੰਦਾ ਹੈ ਇਸ ਜਾਣਕਾਰੀ ਨੂੰ ਵਰਤਣ ਦਾ। ਹੁਣ ਆਪਾਂ ਦੇਖਾਂਗੇ ਕਿ ਇਸ ਗਿਆਨ ਨੂੰ ਅਮਲ ਵਿੱਚ ਲਿਆ ਕੇ ਕਾਰੋਬਾਰ ਦੀ ਕੁਸ਼ਲਤਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ। ਹਰ ਕਾਰੋਬਾਰੀ ਦੇ ਮਨ ਵਿੱਚ ਇਹ ਸਵਾਲ ਤਾਂ ਘੁੰਮਦਾ ਹੀ ਰਹਿੰਦਾ, ਪੈਸਾ ਜਾ ਕਿੱਥੇ ਰਿਹਾ, ਕਿੱਥੇ ਬਰਬਾਦੀ ਹੋ ਰਹੀ ਹੈ। ਲਾਗਤ ਲੇਖਾਕਾਰੀ ਇੱਥੇ ਇੱਕ ਜਾਸੂਸ ਤਰ੍ਹਾਂ ਕੰਮ ਕਰਦੀ ਏ, ਜਿਹੜੀ ਇਨ੍ਹਾਂ ਲੁਕੇ ਹੋਏ ਖਰਚਿਆਂ ਨੂੰ ਲੱਭਣ ਵਿੱਚ ਮਦਦ ਕਰਦੀ ਏ। ਤੇ ਇਸ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਸਿਰਫ ਸਮੱਸਿਆਵਾਂ ਨਹੀਂ ਦੱਸਦੀ, ਸਗੋਂ ਹੱਲ ਵੀ ਦਿੰਦੀ ਹੈ। ਮੰਨ ਲਓ ਸਮੱਗਰੀ ਬਰਬਾਦ ਹੋ ਰਹੀ ਹੈ, ਤਾਂ ਬਰਬਾਦੀ ਦੀਆਂ ਰਿਪੋਰਟਾਂ ਦੱਸਣਗੀਆਂ ਕਿ ਕਿੱਥੇ ਤੇ ਕਿਉਂ। ਜੇਕਰ ਕਰਮਚਾਰੀਆਂ ਦੀ ਉਤਪਾਦਕਤਾ ਘਟੇ, ਤਾਂ ਲਾਗਤ ਬਚਾਉਣ ਤੇ ਆਧਾਰਿਤ ਬੋਨਸ ਯੋਜਨਾਵਾਂ ਉਹਨਾਂ ਨੂੰ ਪ੍ਰੇਰਿਤ ਕਰ ਸਕਦੀਆਂ ਨੇ। ਤਾਂ ਇਹ ਸਿਰਫ ਸਮੱਸਿਆ ਲੱਭਣ ਦਾ ਹੀ ਨਹੀਂ, ਸਗੋਂ ਉਸ ਨੂੰ ਹੱਲ ਕਰਨ ਦਾ ਵੀ ਇੱਕ ਸ਼ਕਤੀਸ਼ਾਲੀ ਹਥਿਆਰ ਹੈ। ਕਈ ਵਾਰੀ ਕਾਰੋਬਾਰ ਦਾ ਬਹੁਤ ਸਾਰਾ ਪੈਸਾ ਨਾ ਸਟਾਕ ਵਿੱਚ ਹੀ ਫਸਿਆ ਰਹਿੰਦਾ, ਕੁਝ ਕੱਚੇ ਮਾਲ ਵਿੱਚ, ਕੁਝ ਅਜੇ ਬਣ ਰਹੇ ਸਮਾਨ ਵਿੱਚ ਤੇ ਕੁਝ ਬਣ ਕੇ ਤਿਆਰ ਹੋਏ ਮਾਲ ਵਿੱਚ। ਲਾਗਤ ਲੇਖਾਕਾਰੀ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਇਸ ਫਸੇ ਹੋਏ ਪੈਸੇ ਨੂੰ ਕਿਵੇਂ ਬਾਹਰ ਕੱਢਿਆ ਜਾਵੇ ਤਾਂ ਜੋ ਉਸ ਨੂੰ ਕਾਰੋਬਾਰ ਨੂੰ ਹੋਰ ਵਧਾਉਣ ਲਈ ਵਰਤਿਆ ਜਾ ਸਕੇ। ਤਾਂ ਫਿਰ ਅਸਲ ਮਕਸਦ ਸਿਰਫ ਖਰਚਿਆਂ ਦਾ ਹਿਸਾਬ ਰੱਖਣਾ ਨਹੀਂ ਹੈ। ਅਸਲ ਟੀਚਾ ਹੈ ਬਚਤ ਦੇ ਨਵੇਂ-ਨਵੇਂ ਤਰੀਕੇ ਲੱਭਣਾ, ਬਰਬਾਦੀ ਨੂੰ ਰੋਕਣਾ ਤੇ ਆਖਰਕਾਰ ਲਾਗਤਾਂ ਨੂੰ ਘਟਾ ਕੇ ਮੁਨਾਫੇ ਨੂੰ ਸਿਖਰ ਤੇ ਪਹੁੰਚਾਉਣਾ। ਹੁਣ ਆਪਾਂ ਸਭ ਤੋਂ ਮਹੱਤਵਪੂਰਨ ਹਿੱਸੇ ਤੇ ਆ ਗਏ ਹਾਂ। ਲਾਗਤਾਂ ਨੂੰ ਜਾਣ ਲਿਆ, ਉਹਨਾਂ ਨੂੰ ਕੰਟਰੋਲ ਕਰਨਾ ਵੀ ਸਿੱਖ ਲਿਆ। ਹੁਣ ਵਾਰੀ ਹੈ ਇਸ ਡੇਟਾ ਦੀ ਵਰਤੋਂ ਭਵਿੱਖ ਲਈ ਸਹੀ ਫੈਸਲੇ ਲੈਣ ਵਾਸਤੇ ਕਰਨ ਦੀ। ਚਲੋ ਆਪਣੀ ਬੇਕਰੀ ਦੀ ਉਦਾਹਰਣ ਤੇ ਵਾਪਸ ਚਲਦੇ ਹਾਂ। ਉਹ ਮਫਿਨ ਵੀ ਵੇਚਦੇ ਨੇ ਤੇ ਕ੍ਰੋਇਸੈਂਟ ਵੀ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਦਾ ਪੈਸਾ ਕਿਸ ਤੇ ਲਗਾਇਆ ਜਾਵੇ। ਜ਼ਿਆਦਾਤਰ ਲੋਕ ਕਹਿਣਗੇ ਕਿ ਜਿਹੜੀ ਚੀਜ਼ ਸਭ ਤੋਂ ਵੱਧ ਵਿਕਦੀ ਹੈ ਉਸ ਤੇ ਪੈਸਾ ਲਾਓ, ਪਰ ਕੀ ਇਹ ਸੱਚਮੁੱਚ ਸਹੀ ਫੈਸਲਾ ਹੈ? ਪਰ ਜਿਵੇਂ ਹੀ ਆਪਾਂ ਅੰਕੜਿਆਂ ਤੇ ਨਜ਼ਰ ਮਾਰਦੇ ਹਾਂ, ਸਾਰੀ ਕਹਾਣੀ ਹੀ ਪਲਟ ਜਾਂਦੀ ਹੈ। ਦੇਖੋ, ਕ੍ਰੋਇਸੈਂਟ ਵਿਕਦਾ ਤਾਂ ਮਹਿੰਗਾ ਹੈ, ਪਰ ਉਸ ਨੂੰ ਬਣਾਉਣ ਤੇ ਖਰਚਾ ਵੀ ਤਾਂ ਜ਼ਿਆਦਾ ਹੈ। ਮੁਨਾਫਾ ਕਿੰਨਾ ਬਚਿਆ? ਸਿਰਫ 20%। ਦੂਜੇ ਪਾਸੇ ਮਫਿਨ ਭਾਵੇਂ ਸਸਤਾ ਵਿਕਦਾ, ਪਰ ਉਸ ਨੂੰ ਬਣਾਉਣ ਦਾ ਖਰਚਾ ਬਹੁਤ ਹੀ ਘੱਟ ਹੈ ਤੇ ਇੱਥੇ ਮੁਨਾਫਾ ਦੇਖੋ ਸਿੱਧਾ 50%। ਹੈ ਨਾ ਕਮਾਲ ਦੀ ਗੱਲ? ਇਹੀ ਉਹ ਸੱਚਾਈ ਹੈ ਜਿਹੜੀ ਲਾਗਤ ਲੇਖਾਕਾਰੀ ਤੋਂ ਬਿਨਾਂ ਕਦੇ ਸਾਹਮਣੇ ਆ ਹੀ ਨਹੀਂ ਸਕਦੀ ਸੀ। ਤੇ ਇਹ ਗੱਲ ਸਿਰਫ ਇੱਕ ਉਤਪਾਦ ਦੇ ਫੈਸਲੇ ਤੱਕ ਹੀ ਸੀਮਿਤ ਨਹੀਂ। ਇਹ ਡੇਟਾ ਸਹੀ ਬਜਟ ਬਣਾਉਣ ਦਾ, ਵੱਡੇ-ਵੱਡੇ ਪ੍ਰਬੰਧਕੀ ਫੈਸਲੇ ਲੈਣ ਦਾ ਅਤੇ ਆਉਣ ਵਾਲੇ ਸਮੇਂ ਲਈ ਮਜ਼ਬੂਤ ਯੋਜਨਾਵਾਂ ਤਿਆਰ ਕਰਨ ਦਾ ਆਧਾਰ ਬਣਦਾ ਹੈ। ਇਹ
ਇੱਕ ਤਰ੍ਹਾਂ ਨਾਲ ਕਾਰੋਬਾਰ ਨੂੰ ਅੰਦਾਜ਼ਿਆਂ ਦੇ ਅੰਧੇਰੇ ਵਿੱਚੋਂ ਕੱਢ ਕੇ ਤੱਥਾਂ ਦੀ ਰੋਸ਼ਨੀ ਵਿੱਚ ਲਿਆਂਦਾ ਹੈ। ਤਾਂ ਅੰਤ ਵਿੱਚ ਲਾਗਤ ਲੇਖਾਕਾਰੀ ਦੀ ਅਸਲ ਤਾਕਤ ਇਹੀ ਹੈ। ਇਹ ਸਿਰਫ ਨੰਬਰਾਂ ਦੀ ਖੇਡ ਨਹੀਂ, ਇਹ ਤਾਂ ਅੰਕੜਿਆਂ ਨੂੰ ਗਿਆਨ ਵਿੱਚ ਬਦਲਣ ਦੀ ਕਲਾ ਹੈ ਔਰ ਉਸੇ ਗਿਆਨ ਤੋਂ ਸ਼ਕਤੀ ਮਿਲਦੀ ਹੈ, ਸਹੀ ਫੈਸਲੇ ਲੈਣ ਦੀ ਸ਼ਕਤੀ, ਕਾਰੋਬਾਰ ਨੂੰ ਸਹੀ ਦਿਸ਼ਾ ਦੇਣ ਦੀ ਸ਼ਕਤੀ। ਇਸ ਦਾ ਅਸਲ ਮਕਸਦ ਬਹੁਤ ਸਾਫ਼ ਹੈ, ਸਿਰਫ ਡੇਟਾ ਇਕੱਠਾ ਕਰਨਾ ਨਹੀਂ, ਸਗੋਂ ਉਸ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਕਿ ਮੈਨੇਜਮੈਂਟ ਉਸ ਨੂੰ ਵਰਤ ਕੇ ਬਿਹਤਰ ਯੋਜਨਾਵਾਂ ਬਣਾ ਸਕੇ, ਸਹੀ ਫੈਸਲੇ ਲੈ ਸਕੇ ਅਤੇ ਪੂਰੇ ਕਾਰੋਬਾਰ ਤੇ ਆਪਣਾ ਕੰਟਰੋਲ ਮਜ਼ਬੂਤ ਕਰ ਸਕੇ। ਹਰ ਕਾਰੋਬਾਰ ਵਿੱਚ ਹਰ ਇੱਕ ਲਾਗਤ, ਹਰ ਇੱਕ ਖਰਚਾ ਇੱਕ ਕਹਾਣੀ ਸੁਣਾ ਰਿਹਾ ਹੈ। ਇਹ ਕਹਾਣੀ ਸ਼ਾਇਦ ਬਰਬਾਦੀ ਦੀ ਹੋਵੇ ਜਾਂ ਕੁਸ਼ਲਤਾ ਦੀ ਜਾਂ ਫਿਰ ਕਿਸੇ ਲੁਕੇ ਹੋਏ ਮੁਨਾਫੇ ਦੇ ਮੌਕੇ ਦੀ। ਅਸਲ ਸਵਾਲ ਇਹ ਹੈ ਕਿ ਕੋਈ ਉਸ ਕਹਾਣੀ ਨੂੰ ਸੁਣ ਰਿਹਾ ਹੈ